ਉਮੀਦ ਜਿਹੜੀ ਹੈ ਨਾ ਜਿਸ ਦਿਨ ਖਤਮ ਹੋ ਜਾਂਦੀ ਉਸ ਦਿਨ ਇਨਸਾਨ ਦਾ ਸਫ਼ਰ ਹੀ ਖਤਮ ਹੋ ਜਾਂਦਾ। ਜਦੋਂ ਮੈਨੂੰ ਕਹਾਣੀ ਦਾ ਕੋਈ ਸਿਰ ਪੈਰ ਨਹੀਂ ਮਿਲ ਰਿਹਾ ਸੀਗਾ ਫਿਰ ਮੈਂ ਉਹੀ ਕਹਾਣੀ ਲੈ ਕੇ ਬਾਬਾ ਜੀ ਕੋਲ ਨੰਗੇ ਪੈਰ ਚਲਾ ਗਿਆ। ਬਾਬੇ ਜਿਹੜੇ ਹੁੰਦੇ ਨੇ ਬੜੇ ਕਮਾਲ ਲੋਕ ਹੁੰਦੇ ਨੇ, ਆਪਣੇ ਕਰਮ ਦੀ ਬਾਰਿਸ਼ ਕਰਨਾ ਚਾਹਣਾ ਤੇ ਉਹ ਇੱਕ ਫੁੱਲ ਲੈਣ ਜਾਂਦਾ ਪੂਰਾ ਬਾਗ ਹੀ ਜਿਹੜਾ ਨਾ ਉਹਦੇ ਨਾਂ ਕਰ ਦਿੰਦੇ ਨੇ। ਉਹਨਾਂ ਦੀ ਜਨਰੇਸ਼ਨ ਨੇ ਸਾਨੂੰ ਪਾਕਿਸਤਾਨ ਜਿਹੜਾ ਨਾ ਇਹ ਦੇ ਦਿੱਤਾ। ਇਹ ਇੱਕ ਐਸੀ ਜਗ੍ਹਾ ਜਿੱਥੇ ਉਹ ਕਹਿੰਦੇ ਸੀ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਏਗੀ, ਬਸ ਇਸ ਦੀ ਨਾ ਡਿਵੈਲਪਮੈਂਟ ਲਈ ਇਹਦੇ ਲਈ ਕੁਝ ਕਰੋ। ਅਸੀਂ ਬੜਾ ਖੇਚਲ ਦਾ ਜ਼ਮਾਨਾ ਦੇਖਿਆ ਹੈ ਕਿ ਉਹ ਘਰ ਜਿਹੜੇ ਨਾ ਬੜੇ ਸੁਖਸ਼ਾਲੀ ਹੁੰਦੇ ਨੇ ਜਿੱਥੇ ਲੋਕਾਂ ਦੇ ਲਈ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਹੈਗੀ। अस्सलाम वालेकुम नाजरीन, मैं तुहाडा मेज़बान अली रहमान खालिद ते अज साडे नाल जिहड़े मेहमान मौजूद ने वो एक मशहूर मारूफ शख्सियत ने, एक राइटर ने, मुसन्निफ ने ते इस तो इलावा भी इन्हां दी ज़ात च बेशुमार खूबियां पाई जांदियां ने। ਅਸੀਂ ਇਹਨਾਂ ਕੋਲੋਂ ਜਾਣਾਂਗੇ ਕਿ ਲਿਖਣ ਦਾ ਸਫ਼ਰ ਇਹਨਾਂ ਨੇ ਕਦੋਂ ਸ਼ੁਰੂ ਕੀਤਾ ਤੇ ਹੋਰ ਵੀ ਇਹ ਜੋ ਚੰਗੇ ਕੰਮ ਕਰਦੇ ਨੇ ਛੋਟੇ ਉਹ ਕਿਉਂ ਕਰਦੇ ਨੇ, ਇਹਨਾਂ ਦੀ ਜ਼ਾਤ ਦਾ ਖਾਸਾ ਕੀ ਹੈ, ਇਹ ਸਾਰੀਆਂ ਗੱਲਾਂ ਇਸ ਇੰਟਰਵਿਊ ਦੇ ਵਿੱਚ ਅਸੀਂ ਇਹਨਾਂ ਕੋਲੋਂ ਪੁੱਛਾਂਗੇ। ਬਹੁਤ ਸ਼ੁਕਰੀਆ ਆਕਾਸ਼ ਸਾਹਿਬ ਤੁਹਾਡੀ ਤਸ਼ਰੀਫ ਆਵਰੀ ਦਾ, ਤੁਸੀਂ ਸਾਡੇ ਕੋਲ ਅੱਜ ਆਏ, ਇਹ ਸਾਡੇ ਵਾਸਤੇ ਬੜੀ ਇਜ਼ਾਜ਼ ਦੀ ਗੱਲ ਹੈ। ਸਰ ਮੈਨੂੰ ਦੱਸੋ ਕਿ ਤੁਸੀਂ ਲਿਖਣ ਦਾ ਸਫ਼ਰ ਕਦੋਂ ਸ਼ੁਰੂ ਕੀਤਾ ਤੇ ਕਦੋਂ ਤੁਸੀਂ ਸੋਚਿਆ ਕਿ ਤੁਸੀਂ ਇੱਕ ਮੁਸੰਨਿਫ ਬਣ ਕੇ ਸਾਹਮਣੇ ਆਓਗੇ ਲੋਕਾਂ ਦੇ? ਪਹਿਲੇ ਤਾਂ ਮੈਂ ਕਾਸਮ ਅਲੀ ਸ਼ਾਹ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਕੁਝ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਸੈਕੰਡਲੀ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਐਸਾ ਹੁੰਦਾ ਹੈ ਕਿ ਜਿਹੜਾ ਉਹ ਉਸ ਦੇ ਲਾਸ਼ੌਰ ਦੇ ਵਿੱਚ ਰਹਿ ਜਾਂਦਾ ਹੈ। ਬਿਲਕੁਲ। ਤੇ ਲਿਖਣ ਵਾਲਾ ਚੁੱਕੇ ਕਹਿ ਜਾਂਦਾ ਕਿ ਥੋੜਾ ਅਹਿਸਾਸ ਹੁੰਦਾ ਹੈ, ਉਹਦੇ ਕੋਲ ਕੁਛ ਜ਼ਿਆਦਾ ਯਾਦਦਾਸ਼ਤਾਂ ਰਹਿ ਜਾਂਦੀਆਂ ਨੇ ਜਿਨ੍ਹਾਂ ਨੂੰ ਉਹ ਸਮ ਅਪ ਕਰਨ ਲਈ ਕਦੀ ਸ਼ਾਇਰੀ ਤੇ ਕਦੀ ਉਹ ਕਹਾਣੀ ਦਾ ਆਸਰਾ ਲੈ ਲੈਂਦਾ, ਸਹਾਰਾ ਲੈ ਕੇ ਉਹਦੇ ਵਿੱਚ ਉਹ ਆਪਣਾ ਮਾਫੀਆ ਜ਼ਮੀਰ ਜਿਹੜਾ ਨੇ ਉਸ ਨੂੰ ਡਿਸਕ੍ਰਾਈਬ ਕਰਦਾ। ਸਰ ਮੈਨੂੰ ਇਹ ਦੱਸੋ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿਤਾਬਾਂ ਮੰਜ਼ਰੇ ਆਮ ਤੇ ਆ ਚੁੱਕੀਆਂ ਨੇ? ਸੈਕੰਡ ਬੁੱਕ ਓਮ ਪ੍ਰੇਮ ਕੁਟੀਆ, ਉਸ ਤੋਂ ਪਹਿਲੇ ਵਿਸ਼ਵਾਸ ਨਾਮ ਤੋਂ ਉਰਦੂ ਦੇ ਕਹਾਣੀਆਂ ਛਪ ਚੁੱਕੀਆਂ ਨੇ ਤੇ ਆਉਣ ਵਾਲੇ ਵਕਤ ਵਿੱਚ ਕੁਝ ਹੋਰ ਉਰਦੂ ਤੇ ਪੰਜਾਬੀ ਦੀਆਂ ਕਿਤਾਬਾਂ ਜਿਹੜੀਆਂ ਨਾ ਉਹ ਪਬਲੀਕੇਸ਼ਨ ਵਿੱਚ ਨੇ। ਉਹ ਵੀ ਇਸ ਸਾਲ ਅਗਲੇ 1-2 ਸਾਲਾਂ ਵਿੱਚ ਮੰਜ਼ਰ ਆਮ ਤੇ ਆ ਜਾਣਗੀਆਂ, ਜਿਨ੍ਹਾਂ ਵਿੱਚ ਲੋਕ ਧਾਰਾ ਜਿਹੜੀ ਹੈ ਗੰਜੀਬਾਰ ਦਾ ਉਹ ਮੇਰਾ ਸਬਜੈਕਟ ਮੈਟਰ ਹੈ ਤੇ ਉਸ ਨੂੰ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹੈਗੇ ਕਿ ਉਹ ਬਾਬਾ ਬੁੱਲੇ ਸ਼ਾਹ ਸਰਕਾਰ, ਵਾਰਿਸ ਸ਼ਾਹ ਸਰਕਾਰ ਤੇ ਬਾਬਾ ਗੁਰੂ ਨਾਨਕ ਦੇਵ ਜੀ ਦਾ ਲੈਂਗੁਏਜ ਹੈ, ਉਹਦੇ ਵਿੱਚ ਉਹਨਾਂ ਨੇ ਮਤਲਬ ਇੱਕ ਬਹੁਤ ਬੜਾ ਕੰਮ ਕੀਤਾ ਹੈ ਤੇ ਅਸੀਂ ਉਸ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਲਹਿਜੇ ਨੂੰ ਜਿਹੜਾ ਹੈ ਨਾ ਪ੍ਰਮੋਟ ਕੀਤਾ ਜਾਵੇ। ਸਰ ਮੈਨੂੰ ਤੁਸੀਂ ਇਹ ਦੱਸੋ ਕਿ ਕਹਾਣੀ ਲਿਖਣ ਦਾ ਇੱਕ ਅੰਦਾਜ਼ ਹੁੰਦਾ ਹੈ, ਇਹ ਅੰਦਾਜ਼ ਤੁਹਾਡੀ ਲਿਖਾਈ 'ਚ ਕਦੋਂ ਆਇਆ? ਤੁਸੀਂ ਕਦੋਂ ਸੋਚਿਆ ਕਿ ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਦਾ, ਆਪਣੇ ਜਜ਼ਬਾਤ ਦਾ, ਅਹਿਸਾਸਾਤ ਦਾ ਇਜ਼ਹਾਰ ਕਰੋਗੇ? ਫਿਰ ਇਹ ਜਿਹੜੀ ਕਿਤਾਬ ਹੈ ਓਮ ਪ੍ਰੇਮ ਕੁਟੀਆ, ਇਹਨੂੰ ਲਿਖਣ ਦੇ ਪਿੱਛੇ ਕੀ ਵਿਜ਼ਨ ਸੀ? ਕੀ ਇਹ ਐਸੀ ਗੱਲ ਸੀ ਜਿਹਨੇ ਤੁਹਾਨੂੰ ਝੰਜੋੜਿਆ ਕਿ ਤੁਸੀਂ ਇਹ ਲਿਖੋ? ਦੇਖੋ ਜੀ, ਅਸੀਂ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਤੇ ਪਹਿਲੀ ਜ਼ੁਬਾਨ ਦਾ ਉਕਦਾ ਖੁੱਲ੍ਹਦਾ ਹੈਗਾ ਉਹ ਤੇ ਮਾਦਰੀ ਜ਼ੁਬਾਨ ਹੁੰਦੀ ਕਿ ਮਾਂ ਕਿਸ ਤਰ੍ਹਾਂ ਗੱਲ ਕਰਦੀ ਹੈ, ਸਾਡੇ ਇਰਦ ਗਿਰਦ ਦਾ ਮਾਸ਼ਰਾ ਕਿਸ ਤਰ੍ਹਾਂ ਲਿਵ ਕਰਦਾ ਹੈਗਾ। ਇਹ ਕੋਈ ਮਿਹਰਬਾਨ ਸੀ ਰਾਜਾ ਰਸਾਲੂ ਸਾਹਿਬ, ਉਹਨਾਂ ਨੇ ਜਦੋਂ ਉਰਦੂ ਦੀ ਕਿਤਾਬ ਵਿਸ਼ਵਾਸ ਪੜ੍ਹੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪੰਜਾਬੀ ਵਿੱਚ ਕਹਾਣੀ ਲਿਖਿਆ ਕਰ। ਤੇ ਮੈਂ ਜਦੋਂ ਫਿਰ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਮੈਂ ਕਿਹਾ ਕਿਉਂ ਨਾ ਮੈਂ ਆਪਣੀ ਮਾਂ ਦੀ ਜ਼ੁਬਾਨ ਲਿਖਾਂ, ਜਿਸ ਤਰ੍ਹਾਂ ਉਹ ਗੱਲਬਾਤ ਕਰਦੇ ਸੀਗੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ। ਫਿਰ ਬਾਅਦ ਵਿੱਚ ਜਦੋਂ ਸਾਡੇ ਬਜ਼ੁਰਗ ਨੇ ਜਿਹੜੇ ਇਸ ਖੇਤਰ ਵਿੱਚ ਕੰਮ ਕਰ ਗਏ ਨੇ ਪੰਜਾਬੀ ਦਾ, ਅਸੀਂ ਜਦੋਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਉਸੇ ਡਿਕਸ਼ਨ ਨੂੰ, ਉਸ ਡਾਇਲੈਕਟ ਨੂੰ ਜਿਹੜਾ ਨਾ ਸਪੈਸੀਫਿਕਲੀ ਗੰਜੀਬਾਰ ਦਾ ਜਿਹੜਾ ਲਹਿਜਾ ਉਸ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਸਰ ਮੈਨੂੰ ਇਹ ਦੱਸੋ ਤੁਹਾਡੀ ਜ਼ਿੰਦਗੀ 'ਚ ਕਦੀ ਕੋਈ ਐਸਾ ਵਕਤ ਆਇਆ ਹੋਏ ਜਿੱਥੇ ਤੁਹਾਨੂੰ ਲੱਗਿਆ ਹੋਇਆ ਕਿ ਯਾਰ ਹੁਣ ਤੇ ਸਾਰਾ ਕੁਝ ਮੁੱਕ ਗਿਆ, ਹੁਣ ਕੁਝ ਨਹੀਂ ਹੋ ਸਕਦਾ? ਉਸ ਨਾ ਉਮੀਦੀ ਵਿੱਚ, ਉਸ ਪਰੇਸ਼ਾਨੀ ਵਿੱਚ ਤੁਸੀਂ ਕੀ ਕਰਦੇ ਹੋ? ਦੇਖੋ ਜੀ, ਨਾ ਉਮੀਦੀ ਤੇ ਕਦੀ ਵੀ ਜ਼ਿੰਦਗੀ ਤੋਂ ਨਹੀਂ ਹੋਣੀ ਚਾਹੀਦੀ। ਉਮੀਦ ਜਿਹੜੀ ਹੈ ਨਾ ਜਿਸ ਦਿਨ ਖਤਮ ਹੋ ਜਾਂਦੀ ਉਸ ਦਿਨ ਇਨਸਾਨ ਦਾ ਸਫ਼ਰ ਹੀ ਖਤਮ ਹੋ ਜਾਂਦਾ। ਬਿਲਕੁਲ ਸਹੀ। ਤੇ ਉਮੀਦ ਲਈ ਜਿਹੜਾ ਹੈ ਨਾ ਇਨਸਾਨ ਨੂੰ ਹਮੇਸ਼ਾ ਐਫਰਟ ਕਰਨੀ ਚਾਹੀਦੀ, ਮਿਹਨਤ ਕਰਦੇ ਰਹਿਣਾ ਚਾਹੀਦਾ, ਮੁਸਲਸਲ ਜਿਹੜਾ ਨਾ ਆਪਣੇ ਆਪ ਨੂੰ ਮਸਰੂਫ ਰੱਖਣਾ ਚਾਹੀਦਾ। ਇਹਦੇ ਤੇ ਮੈਨੂੰ ਇੱਕ ਛੋਟਾ ਜਿਹਾ ਵਾਕਿਆ ਯਾਦ ਆ ਗਿਆ ਜਿਹੜਾ ਮੇਰੇ ਲਈ ਮੋਟੀਵੇਸ਼ਨ ਬਣਿਆ ਔਰ ਉਹ ਅੱਜ ਵੀ ਮੇਰੇ ਲਈ ਜਿਹੜਾ ਨਾ ਇੱਕ ਉਹ ਸਿਤਾਰਾ ਹੈ। ਮੈਂ ਉਰਦੂ ਬਾਜ਼ਾਰ ਜਾਣਾ ਹੋਇਆ ਤਾਂ ਉੱਥੇ ਇੱਕ ਬੱਚਾ ਜਿਹੜਾ ਸੀ ਨਾ ਕੋਈ ਤਕਰੀਬਨ 10-12 ਸਾਲ ਦਾ ਨਾ, ਉਹ ਦੀਵਾਰ ਦੇ ਨਾਲ ਨਾ ਕਾਰਡਬੋਰਡ ਦੀਆਂ ਕਾਪੀਆਂ ਬਣਦੀਆਂ ਹੁੰਦੀਆਂ ਸੀ ਕਿਸੇ ਜ਼ਮਾਨੇ, तो उन्हें बड़ा सारा स्टैपलर लगाया सी तो वो कार्डबोर्ड की कापियां बना रहा सी तो नाल स्ट्रीट क्रिकेट भी खेल रहा सीगा।
ਉਹ ਮੇਰੇ ਲਈ ਇੱਕ ਮੋਟੀਵੇਸ਼ਨ ਬਣ ਗਿਆ। ਮੈਂ ਉਸ ਬੱਚੇ ਕੋਲ ਰੁਕ ਗਿਆ, ਮੈਂ ਉਸਨੂੰ ਪੁੱਛਿਆ, ਮੈਂ ਕਿਹਾ ਪੁੱਤਰ ਤੂੰ ਇਹ ਸਿਰਫ ਕਾਪੀਆਂ ਹੀ ਬਣਾਉਣਾ ਹੈ ਸਾਰੇ ਦਿਨ ਤੇ ਇਹ ਖੇਲਦਾ ਹੀ ਹੈ? ਕਹਿੰਦਾ ਨਹੀਂ ਜੀ, ਇਸ ਪੈਸੇ ਨਾਲ ਨਾ ਮੈਂ ਸ਼ਾਮ ਨੂੰ ਰਾਤ ਦੀ ਕਲਾਸ ਵੀ ਅਟੈਂਡ ਕਰਨ ਜਾਣਾ। ਉਸ ਟਾਈਮ ਉਹ ਤੀਸਰੀ ਚੌਥੀ ਦਾ ਸਟੂਡੈਂਟ ਸੀਗਾ। ਉਹ ਸਮਝ ਲਓ ਕਿ ਮੈਨੂੰ ਆਈਡੀਅਲ ਮਿਲ ਗਿਆ। ਔਰ ਸਾਡੇ ਮੇਰੇ ਖਿਆਲ ਪਾਕਿਸਤਾਨ ਦਾ ਹਰ ਜਿਹੜਾ ਕੋਈ ਵੀ ਬੜਾ ਇਨਸਾਨ ਹੈ ਜਾਂ ਜਿਸ ਨੇ ਕੋਈ ਜ਼ਿੰਦਗੀ ਵਿੱਚ ਨਾਮ ਕਮਾਇਆ ਹੈਗਾ, ਉਹਦੇ ਲਈ ਉਹ ਬੱਚਾ ਜਿਹੜਾ ਨਾ ਇੱਕ ਸਿਤਾਰਾ ਹੈ। ਤੇ ਮੈਂ ਉਸ ਦਿਨ ਤੋਂ ਉਸ ਬੱਚੇ ਦੀ ਐਫਰਟ ਨੂੰ ਜਿਹੜਾ ਨਾ ਆਪਣਾ ਆਈਡੀਅਲ ਬਣਾ ਕੇ ਉਸ ਨੂੰ ਫਾਲੋ ਕੀਤਾ। ਤੇ ਫਿਰ ਰੱਬ ਦਾ ਕਰਮ ਵੀ ਨਾਲ ਸ਼ਾਮਲੇ ਹਾਰ ਰਹਿਣਾ ਚਾਹੀਦਾ ਹੈ। ਬਾਕੀ ਇਨਸਾਨ ਜਿਹੜਾ ਹੈ ਨਾ ਉਹ ਖੈਰ ਤੇ ਸ਼ਰ ਦੀਆਂ ਅਲਾਮਤਾਂ ਦੇ ਨਾਲ ਚੱਲਦਾ ਹੈ। ਉਹਦੇ ਵਿੱਚ ਜਿਹੜਾ ਹੈ ਨਾ ਬੰਦੇ ਨੂੰ ਕਦੀ ਖੈਰ ਜਿਹੜਾ ਹੈ ਨਾ ਉਹ ਸਫ਼ਰ ਮਤਲਬ ਬੜਾ ਤਵੀਲ ਹੁੰਦਾ ਹੈ ਤੇ ਸ਼ਰ ਜਿਹੜਾ ਹੈਗਾ ਉਹ ਉਸ ਨੂੰ ਮਲੀਆ ਮੇਟ ਕਰ ਦਿੰਦਾ ਹੈਗਾ। ਇਹੀ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਵੀ ਹੁੰਦੀਆਂ ਨੇ ਤੇ ਇਸੇ ਵਾਸਤੇ ਖੈਰ ਜਿਹੜਾ ਨਾ ਉਹ ਹਮੇਸ਼ਾ ਰਹਿਣ ਵਾਲਾ ਹੁੰਦਾ ਹੈਗਾ ਤੇ ਉਸ ਦਾ ਦਾਮਨ ਪਕੜਨਾ ਚਾਹੀਦਾ ਤੇ ਫਿਰ ਬੰਦਾ ਜਿਹੜਾ ਨਾ ਆਪਣੀ ਮੰਜ਼ਿਲ ਤੱਕ ਚਲਾ ਹੀ ਜਾਂਦਾ। ਸਰ, ਤੁਸੀਂ ਆਪਣੀ ਗੁਫ਼ਤਗੂ 'ਚ ਮੇਰੇ ਨਾਲ ਗੱਲ ਕੀਤੀ, ਜਦੋਂ ਮੈਨੂੰ ਦੱਸਿਆ ਕਿ ਤੁਹਾਡੀ ਇਸ਼ਫਾਕ ਅਹਿਮਦ ਸਾਹਿਬ ਨਾਲ ਵੀ ਮੁਲਾਕਾਤ ਰਹੀ, ਉਹਨਾਂ ਦੀ ਜ਼ਾਤ ਕੋਲੋਂ, ਉਹਨਾਂ ਦੀ ਸ਼ਖਸੀਅਤ ਕੋਲੋਂ ਤੁਸੀਂ ਕੀ ਸਿੱਖਿਆ? ਜੇ ਮੈਂ ਚਾਹਾਂ ਕਿ ਤੁਸੀਂ ਮੁਖਤਸਰ 1-2 ਜੁਮਲੇ 'ਚ ਬਿਆਨ ਕਰੋ। ਦੇਖੋ ਜੀ, ਬਾਬਾ ਜੀ ਦਾ ਨਾਮ ਬਹੁਤ ਬੜਾ ਹੈਗਾ ਔਰ ਉਹਨਾਂ ਦਾ ਨਾਮ ਤੇ ਮੈਂ ਬੜੀ ਛੋਟੀ ਜ਼ਾਤ ਆ ਮਤਲਬ ਇਸਤੇਮਾਲ ਕਰਦੇ। ਜਦੋਂ ਮੈਨੂੰ ਕਹਾਣੀ ਦਾ ਕੁਝ ਸਿਰ ਪੈਰ ਨਹੀਂ ਮਿਲ ਰਿਹਾ ਸੀਗਾ ਕਿ ਕੀ ਹੈ, ਔਰ ਮੈਂ ਹਰ ਆਦਮੀ ਨੂੰ ਸੁਣਾ ਦਿੰਦਾ ਸੀਗਾ, ਤੇ ਫਿਰ ਮੈਂ ਉਹੀ ਕਹਾਣੀ ਲੈ ਕੇ ਬਾਬਾ ਜੀ ਕੋਲ ਨੰਗੇ ਪੈਰ ਚਲਾ ਗਿਆ। ਔਰ ਉਹ ਬਾਬੇ ਜਿਹੜੇ ਹੁੰਦੇ ਨੇ ਬੜੇ ਕਮਾਲ ਲੋਕ ਹੁੰਦੇ ਨੇ। ਇਹਨਾਂ ਦੇ ਨਜ਼ਦੀਕ ਗੁਨਾਹਗਾਰ ਤੇ ਉਹਨਾਂ ਉੱਤੇ ਵੀ ਇਹ ਆਪਣੇ ਕਰਮ ਦੀ ਬਾਰਿਸ਼ ਕਰਨਾ ਚਾਹਣਾ ਤੇ ਉਹ ਇੱਕ ਫੁੱਲ ਲੈਣ ਜਾਂਦਾ, ਪੂਰਾ ਬਾਗ ਹੀ ਜਿਹੜਾ ਨਾ ਉਹਦੇ ਨਾਂ ਕਰ ਦਿੰਦੇ ਨੇ। ਸੇਮ ਉਹਨਾਂ ਦੇ ਕੋਲ ਮੈਂ ਉਹਨਾਂ ਨੂੰ ਦੱਸਿਆ ਕਿ ਜੀ ਇਹ ਮੇਰੇ ਨਾਲ ਮਸਲਾ ਹੈ, ਮੈਂ ਪ੍ਰੀ ਪਾਰਟੀਸ਼ਨ ਕੋਈ ਕਹਾਣੀ ਇਸ ਤਰ੍ਹਾਂ ਲਿਖਣਾ ਚਾਹੁੰਦਾ। ਤੇ ਉਹ ਬੜੇ ਖੂਬਸੂਰਤ ਉਹਨਾਂ ਨੇ ਜੁਮਲਾ ਬੋਲਿਆ, ਕਾਕਾ ਤੈਂ ਤਾਂ ਉਸ ਵੇਲੇ ਜੰਮਿਆ ਵੀ ਨਹੀਂ ਸੀਗਾ ਤੇ ਤੂੰ ਕਿਸ ਤਰ੍ਹਾਂ ਐਕਸਪੈਕਟ ਕਰ ਰਿਹਾ? ਇਹ ਆਪਣਾ ਵਿਜ਼ਨ ਹੁੰਦਾ। ਬਹਰਹਾਲ ਜੀ ਉਹਨਾਂ ਨੇ ਮੈਨੂੰ ਗੁੜਤੀ ਦੇ ਦਿੱਤੀ ਔਰ ਫਿਰ ਕਹਾਣੀ ਰਵਾਂ ਉਹ ਕਹਾਣੀਆਂ ਦਾ ਤੇ ਉੱਥੇ ਜਨਾਬ ਪਨੀਰੀ ਉੱਗ ਪਈ। ਫਿਰ ਸਮਝ ਨਹੀਂ ਆ ਰਹੀ ਸੀ ਕਿ ਲਿਖਾਂ ਕਿਹੜੀ। ਔਰ ਮੈਂ ਬੜਾ ਖੁਸ਼ ਨਸੀਬ ਹਾਂ ਕਿ ਉਹਨਾਂ ਨੇ ਮੇਰੀ ਪਹਿਲੀ ਕਹਾਣੀ ਪੜ੍ਹੀ ਸੀਗੀ ਔਰ ਉਹ ਬੜੀ ਉਹਨਾਂ ਨੇ ਉਹਦਾ ਸਤਿਕਾਰ ਤੇ ਮਾਣ ਦਿੱਤਾ ਸੀਗਾ। ਉਹਨਾਂ ਦੇ ਅਲਫਾਜ਼ ਹੁਣ ਵੀ ਮੇਰੇ ਲਈ ਮਸ਼ਲੇ ਰਾਹ ਨੇ ਔਰ ਉਹਨਾਂ ਦੀ ਉਸ ਗੁੜਤੀ ਨਾਲ ਜਿਹੜਾ ਨਾ ਮੈਂ ਜੋ ਕੁਝ ਵੀ ਅੱਜ ਹਾਂ ਬਾਬਾ ਇਸ਼ਫਾਕ ਅਹਿਮਦ ਦੀ ਵਜ੍ਹਾ ਤੋਂ ਹਾਂ। ਸਰ, ਕੋਈ ਇੱਕ ਗੱਲ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ ਹੋਵੇ, ਜਿਹੜੀ ਹਰ ਵੇਲੇ ਤੁਹਾਡੇ ਕੰਨਾਂ 'ਚ ਉਹਦੀ ਆਵਾਜ਼ ਗੂੰਜਦੀ ਹੋਵੇ, ਉਹ ਬਾਬਾ ਜੀ ਦੀ ਕਿਹੜੀ ਗੱਲ ਸੀ? ਬਾਬਾ ਜੀ ਤੇ ਉਹ ਕਹਿੰਦੇ ਸੀ ਤੁਹਾਨੂੰ ਸਭ ਕੁਝ ਬਣਾ ਬਣਾਇਆ ਮਿਲ ਗਿਆ। ਸਪੈਸ਼ਲੀ ਜਿਹੜਾ ਮੇਰੇ ਲਈ ਮਤਲਬ ਮੈਂ ਸਮਝਣਾ, ਉਹ ਕਹਿੰਦੇ ਤੁਹਾਨੂੰ ਜ਼ਿਆਦਾ ਐਫਰਟ ਨਹੀਂ ਕਰਨੇ ਪਏ। ਉਹ ਪਾਕਿਸਤਾਨ ਦਾ ਨਾਂ ਲੈਂਦੇ ਸੀਗੇ ਕਿ ਉਹਨਾਂ ਦੀ ਜਨਰੇਸ਼ਨ ਨੇ ਸਾਨੂੰ ਪਾਕਿਸਤਾਨ ਜਿਹੜਾ ਹੈ ਨਾ ਇਹ ਦੇ ਦਿੱਤਾ। ਇਹ ਇੱਕ ਐਸੀ ਜਗ੍ਹਾ ਜਿੱਥੇ ਉਹ ਕਹਿੰਦੇ ਸੀ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਏਗੀ, ਸਭ ਕੁਝ ਬਣਿਆ ਬਣਾਇਆ ਮਿਲ ਗਿਆ, ਬਸ ਇਸ ਦੀ ਨਾ ਡਿਵੈਲਪਮੈਂਟ ਲਈ ਇਹਦੇ ਲਈ ਕੁਝ ਕਰੋ। ਅਸੀਂ ਬੜਾ ਖੇਚਲ ਦਾ ਜ਼ਮਾਨਾ ਦੇਖਿਆ ਹੋਏਗਾ, ਇਹਦੇ ਤੇ ਉਹ ਜਿਹੜਾ ਨਾ ਹਮੇਸ਼ਾ ਹਰ ਬੱਚੇ ਨੂੰ ਜਿਹੜਾ ਨਾ। ਔਰ ਫਿਰ ਜਿਹੜਾ ਵੀ ਉਹਨਾਂ ਦੇ ਕੋਲ ਆਉਂਦਾ ਸੀ ਨਾ ਉਹ ਝੋਲੀਆਂ ਭਰ ਜਾਂਦੇ ਸੀ। ਉਹ ਘਰ ਜਿਹੜੇ ਨਾ ਬੜੇ ਸੁਖਸ਼ਾਲੀ ਹੁੰਦੇ ਨੇ ਜਿੱਥੇ ਲੋਕਾਂ ਦੇ ਲਈ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਹੈਗੀ। ਉੱਥੇ ਜਿਹੜਾ ਵੀ ਆ ਜਾਂਦਾ ਹੈ ਉਹ ਉਹਨਾਂ ਨੂੰ ਸਿਰ ਮੱਥੇ 'ਤੇ ਰੱਖਦੇ ਸੀਗੇ ਔਰ ਅਸੀਂ ਅੱਜ ਵੀ ਉਹਨਾਂ ਦੇ ਮੁਤਕਿਦ ਹੈਗੇ ਔਰ ਜ਼ਮਾਨਾ ਕਈ ਸਦੀਆਂ ਤੱਕ ਉਹ ਯਾਦ ਰੱਖੇ ਜਾਣ ਵਾਲੇ ਇਨਸਾਨ ਨੇ। ਸਰ, ਮੈਨੂੰ ਇਹ ਦੱਸੋ ਕਿ ਨੌਜਵਾਨ ਨਸਲ ਅੱਜ ਕੱਲ੍ਹ ਦੀ ਉਹ ਬੜੀ ਛੇਤੀ ਨਾ ਉਮੀਦ ਹੋ ਜਾਂਦੀ ਹੈ, ਉਹਨਾਂ ਦੇ ਮਸਾਇਲ ਵੀ ਬੜੇ ਨੇ ਤੇ ਉਹਨਾਂ ਦੇ ਕੋਲ ਇੱਕ ਨਾ ਸਿਮਤ ਨਹੀਂ ਹੈਗੀ ਜਿਸ ਤਰਫ ਉਹ ਜਾਣ ਤੇ ਕਾਮਯਾਬੀ ਉਹਨਾਂ ਨੂੰ ਮਿਲ ਜਾਵੇ। ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਵੋਗੇ, ਕੀ ਸਮਝਾਓਗੇ? ਦੇਖੋ ਜੀ, ਹਰ ਬੱਚਾ ਜਿਹੜਾ ਹੈ ਨਾ ਖੁਆ ਕੋਈ ਅਮੀਰ ਹੈ ਗਰੀਬ ਹੈ, ਉਸ ਨੂੰ ਮਿਹਨਤ ਜ਼ਰੂਰ ਕਰਨੀ ਪਏਗੀ। ਉਸ ਨੂੰ ਆਪਣਾ ਜਿਹੜਾ ਨਾ ਵਿਜ਼ਨ ਸੈੱਟ ਕਰਨਾ ਪਏਗਾ ਕਿ ਮੈਂ ਕਿਸ ਤਰਫ ਜਾਣਾ ਚਾਹ ਰਿਹਾ ਹਾਂ, ਮੈਂ ਕੀ ਬਣਨਾ ਚਾਹ ਰਿਹਾ ਹਾਂ, ਜਾਂ ਮੈਂ ਜ਼ਿੰਦਗੀ ਵਿੱਚ ਮਤਲਬ ਕਿਸ ਉਹਦਾ ਕੋਈ ਟਾਰਗੇਟ ਹੋਣਾ ਚਾਹੀਦਾ ਹੈ ਕਿ ਮੈਂ ਇਸ ਜਗ੍ਹਾ ਤੱਕ ਪਹੁੰਚਣਾ ਚਾਹ ਰਿਹਾ ਹਾਂ। ਉਹਦੇ ਲਈ ਉਸ ਨੂੰ ਨਾ ਮਿਹਨਤ ਕਰਨੀ ਚਾਹੀਦੀ। ਔਰ ਰਾਤ ਦੇ ਕਿਸੇ ਵੀ ਪਲ ਜਿਹੜਾ ਵੀ ਕੋਈ ਇਨਸਾਨ ਰਾਤ ਦੇ ਕਿਸੇ ਪਿਛਲੇ ਪੈਰ ਜਾਂ ਕਿਸੇ ਵੀ ਲਮਹੇ ਵਿੱਚ ਉੱਠ ਕੇ ਕੁਝ ਪੜ੍ਹਦਾ ਹੈ ਜਾਂ ਕੋਈ ਮਤਲਬ ਕੋਈ ਵੀ ਉਹਦੀ ਮਤਲਬ ਜਿਹੜਾ ਜਗਰਾਤਾ ਹੈ ਨਾ ਉਹ ਉਸ ਨੂੰ ਪੇ ਜ਼ਰੂਰ ਕਰਦਾ ਹੈ। ਔਰ ਬਹੁਤ ਸਾਰੇ ਐਸੇ ਲੋਕ ਜਿਹੜੇ ਨਾ ਜਿਹੜੇ ਦੁਨੀਆ ਤੇ ਜਿਨ੍ਹਾਂ ਦਾ ਕੰਟਰੀਬਿਊਸ਼ਨ ਹੈ ਕਿਸੇ ਵੀ ਆਰਟ ਦੀ ਫੀਲਡ ਵਿੱਚ ਦੇਖ ਲਓ ਜਾਂ ਮਤਲਬ ਕੋਈ ਬੜੇ ਨਾਮਵਰ ਲੋਕ ਹੋ ਗੁਜ਼ਰੇ ਨੇ, ਅਗਰ ਉਹਨਾਂ ਦੀ ਤੁਸੀਂ ਹਿਸਟਰੀ ਉਠਾ ਕੇ ਦੇਖੋਗੇ ਤੇ ਉਹ ਮਿਹਨਤ ਹੋਏਗੀ। ਔਰ ਮਿਹਨਤ ਜ਼ਰੂਰੀ ਨਹੀਂ ਹੈ ਕਿ ਉਹ ਤੁਸੀਂ ਕੋਈ ਬਹੁਤ ਬੜਾ ਸਰਕਲ ਵਿੱਚ ਕੀਤੀ ਜਾਵੇ। ਉਹਦੇ ਲਈ ਤੁਸੀਂ ਕੋਈ ਵੀ ਛੋਟੀ ਮੋਟੀ ਐਕਟੀਵਿਟੀ ਬਜ਼ਾਹਿਰ ਉਹ ਬਹੁਤ ਨਾਮੀਨਲ ਹੁੰਦਾ ਹੈ ਲੇਕਿਨ ਉਹ ਵਕਤ ਦੇ ਨਾਲ ਤੁਹਾਨੂੰ ਉਹ ਇਤਨਾ ਇੱਕ ਫਰਟਾਈਲ ਕਰ ਦਿੰਦਾ। ਅੱਜ ਉਹਦਾ ਇੱਕ ਦਲੀਲ ਹੈ ਕਿ ਮੈਂ ਇਸ ਜਗ੍ਹਾ ਤੇ ਬੈਠਾ ਹੈਗਾ ਕਿ ਲੋਕਾਂ ਕੋਲ ਪੈਸਾ ਹੁੰਦਾ ਹੈ, ਉਹ ਕਮੇਟੀ ਪਾ ਲੈਂਦੇ ਨੇਗੇ, ਉਹਦੇ ਨਾਲ ਉਹਨਾਂ ਨੇ ਕੋਈ ਬੜੀ ਚੀਜ਼ ਖਰੀਦਣੀ ਹੁੰਦੀ ਤੇ ਮੈਂ ਅੱਜ ਲਫ਼ਜ਼ਾਂ ਦੀ ਹਰਫਾਂ ਦੀ ਉਹ ਕੋਈ ਕਲੈਕਸ਼ਨ ਕੀਤੀ ਹੈ ਤੇ ਉਹ ਓਮ ਪ੍ਰੇਮ ਕੁਟੀਆ ਦੀ ਸੂਰਤ ਵਿੱਚ
ਜਾਂ ਦੂਸਰੀਆਂ ਕਿਤਾਬਾਂ ਦੀ ਸੂਰਤ ਵਿੱਚ ਨਾ ਪੜ੍ਹਨ ਵਾਲਿਆਂ ਨੂੰ ਮਿਲੇਗੀ। ਸਰ ਆਉਣ ਵਾਲੇ ਵਕਤ 'ਚ ਤੁਹਾਡੀਆਂ ਕਿਹੜੀਆਂ ਕਿਤਾਬਾਂ ਆ ਰਹੀਆਂ ਨੇ ਤੇ ਤੁਹਾਡੇ ਕੀ ਹੈਗੇ ਨੇ ਪਲਾਨ ਕਿ ਅੱਗੇ ਆਉਣ ਵਾਲੇ ਵਕਤ 'ਚ ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੇਰੇ ਕੋਲ ਤੇ ਯੂਥ ਲਈ ਵੀ ਬਹੁਤ ਬੜਾ ਇੱਕ ਮਤਲਬ ਪਲਾਨ ਹੈ ਕਿ ਜਿਸ ਵੀ ਮੁਲਕ ਦੀ ਖੁਸ਼ਹਾਲੀ ਅਗਰ ਦੇਖੀ ਜਾਏ ਤਾਂ ਉੱਥੋਂ ਦਾ ਜਿਹੜਾ ਨੌਜਵਾਨ ਤਬਕਾ ਹੈ ਜਿਤਨਾ ਕੋ ਖੁਸ਼ਹਾਲ ਹੋਏਗਾ ਉਹ ਕੰਟਰੀਬਿਊਟ ਕਰੇਗਾ ਤੇ ਉਹਦੇ ਨਾਲ ਮੁਲਕ ਜਿਹੜੇ ਨੇ ਤਰੱਕੀ ਕਰਦੇ ਨੇ। ਸੈਕੰਡ ਇਹ ਕਿ ਪੰਜਾਬੀ ਵਿੱਚ ਵੀ ਉਰਦੂ ਵਿੱਚ ਵੀ ਕੁਝ ਨਾਵਲਟ ਨੇ, ਕੁਝ ਸ਼ਾਰਟ ਸਟੋਰੀਜ਼ ਦੀ ਬੁੱਕਸ ਨੇ, ਉਹ ਪਬਲੀਕੇਸ਼ਨ ਵਿੱਚ ਨੇ ਤੇ ਇਨਸ਼ਾਅੱਲਾ ਇਸ ਸਾਲ ਅਗਲੇ ਸਾਲ ਜਿਹੜੇ ਨੇ ਉਹ ਮਿਲ ਜਾਣਗੇ। ਤੇ ਇਹ ਓਮ ਪ੍ਰੇਮ ਕੁਟੀਆ ਕਿਤਾਬ ਤਰਿੰਜਨ ਵਾਲੇ ਨੇ ਮੀਆਂ ਟੈਂਪਲ ਤੇ ਉਹਨਾਂ ਨੇ ਪਬਲਿਸ਼ ਕੀਤੀ, ਉਹਨਾਂ ਕੋਲ ਮਿਲ ਸਕਦੀ ਹੈ। ਗੰਜੀ ਬਾਰ ਦਾ ਲੈ ਜਾਏਗਾ, ਉਮੀਦ ਹੈ ਪੜ੍ਹਨ ਵਾਲਿਆਂ ਨੂੰ ਇਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਜ਼ੁਬਾਨ ਦੇ ਖੇਤਰ ਵਿੱਚ ਵੀ ਮਿਲੇਗਾ। ਸਰ ਕਾਸਿਮ ਅਲੀ ਸ਼ਾਹ ਸਾਹਿਬ ਦੀ ਜੇ ਗੱਲ ਕੀਤੀ ਜਾਏ ਤੇ ਅਸੀਂ ਸਾਰੇ ਉਹਨਾਂ ਨਾਲ ਮੁਹੱਬਤ ਕਰਦੇ ਹਾਂ, ਉਹਨਾਂ ਦੇ ਕੰਮ ਨੂੰ ਪਸੰਦ ਕਰਦੇ ਹਾਂ ਤੇ ਜਿਸ ਤਰ੍ਹਾਂ ਉਹ ਮਾਸ਼ਰੇ 'ਚ ਇੱਕ ਉਮੀਦ ਪੈਦਾ ਕਰ ਰਹੇ ਹਾਂ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਉਹਨਾਂ ਦੇ ਕੰਮ ਨੂੰ, ਉਹਨਾਂ ਦੀਆਂ ਕਿਤਾਬਾਂ ਨੂੰ, ਉਹਨਾਂ ਦੀ ਫਾਊਂਡੇਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਜੀ, ਕਾਸਿਮ ਸ਼ਾਹ ਸਾਹਿਬ ਜਿਹੜੇ ਨੇ ਉਹ ਇੱਕ ਬਿਹਤਰੀਨ ਉਸਤਾਦ ਨੇ ਵਕਤ ਦੇ। ਮੈਂ ਉਹਨਾਂ ਨੂੰ ਮੀਡੀਆ ਦੇ ਜ਼ਰੀਏ ਹੀ ਦੇਖਿਆ, ਮਤਲਬ YouTube ਤੇ ਸੁਣਿਆ ਜਿਤਨਾ ਕਿ ਉਹਨਾਂ ਦਾ ਜਿਹੜਾ ਉਸਤਾਦ ਹੈ ਨਾ ਉਸ ਦਾ ਜਿਹੜਾ ਮੁਕਾਮ ਹੈ ਉਹ ਉਸ ਦੇ ਸ਼ਾਗਿਰਦ ਤੈਅ ਕਰਦੇ ਨੇ। ਉਹਨਾਂ ਦੇ ਲਗਾਏ ਬੂਟੇ ਜਿਹੜੇ ਨੇ ਇਸ ਟਾਈਮ ਉਹ ਹਜ਼ਾਰਾਂ ਦੇ ਹਿਸਾਬ ਵਿੱਚ ਨੇ, ਬੱਚੇ ਜਿਹੜੇ ਨੇ ਉਹ ਮਾਸ਼ਰੇ ਵਿੱਚ ਕੰਟਰੀਬਿਊਟ ਕਰ ਰਹੇ ਨੇ। ਤੇ ਇੱਕ ਉਸਤਾਦ ਦੇ ਬਿਹਤਰੀਨ ਹੋਣ ਦੀ ਇਹ ਦਲੀਲ ਹੈ ਕਿ ਉਸ ਦਾ ਸ਼ਾਗਿਰਦ ਜਿਹੜਾ ਨਾ ਉਹ ਕਿਸ ਮੁਕਾਮ ਤੱਕ ਪਹੁੰਚਿਆ ਹੈ। ਤੇ ਉਹ ਇੱਕ ਬਿਹਤਰੀਨ ਉਸਤਾਦ ਹੈ। ਅੱਜ ਤੋਂ ਮੈਂ ਵੀ ਉਹਨਾਂ ਨੂੰ ਆਪਣਾ ਸ਼ਾਗਿਰਦ ਸਮਝ ਰਿਹਾ ਤੇ ਇਹ ਉਹਨਾਂ ਦੇ ਇੱਕ ਬਿਹਤਰੀਨ ਇਨਸਾਨ ਹੋਣ ਦੀ ਇੱਕ ਕਮਿਟਮੈਂਟ ਹੈ ਕਿ ਜਿਹੜੇ ਉਹ ਅੱਗੇ ਆਉਣ ਵਾਲੀ ਜਨਰੇਸ਼ਨਸ ਨੂੰ ਜਿਹੜੇ ਨੇ ਉਹ ਇੱਕ ਇਲਮ ਦੀ ਸੂਰਤ ਵਿੱਚ ਵੰਡ ਰਹੇ ਨੇ ਔਰ ਲੋਕ ਇਸ ਫਾਊਂਡੇਸ਼ਨ ਤੇ ਆ ਕੇ ਜਿਹੜੇ ਨਾ ਆਪਣਾ ਕੈਥਾਰਸਿਸ ਆਪਣੀ ਕੁਝ ਮਤਲਬ ਜ਼ਿੰਦਗੀ ਦੇ ਜਿਹੜੇ ਖੁਆਬ ਨੇ ਉਹਨਾਂ ਨੂੰ ਹਕੀਕਤ ਦਾ ਰੂਪ ਦੱਸਦੇ ਦੇਖ ਰਹੇ ਨੇ। ਬਹੁਤ ਮਿਹਰਬਾਨੀ ਤੁਹਾਡੀ ਆਕਾਸ਼ ਸਾਹਿਬ, ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ, ਤੁਸੀਂ ਆਏ। ਨਾਜ਼ਰੀਨ, ਮੈਨੂੰ ਉਮੀਦ ਹੈ ਕਿ ਇਹ ਇੰਟਰਵਿਊ ਤੁਹਾਡੇ ਦਿਲ ਨੂੰ ਲਾਜ਼ਮੀ ਛੂਹੇਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਹਰ ਬੰਦੇ ਦੇ ਦਿਲ 'ਚ ਕਿਤੇ ਨਾ ਕਿਤੇ ਹੁੰਦੀਆਂ ਨੇ, ਲੇਕਿਨ ਉਹਨਾਂ ਨੂੰ ਸਮਝਣ ਵਾਸਤੇ ਇੱਕ ਵਕਤ ਤੇ ਇੱਕ ਤਜਰਬਾ ਦਰਕਾਰ ਹੁੰਦਾ ਹੈ। ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।